दोस्तों, एक कहानी बहुत दर्द भरी है। ਇਹ ਇੱਕ ਲੜਕੀ ਦੀ ਕਹਾਣੀ ਹੈ। ਉਮੀਦ ਕਰਦਾ ਹਾਂ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਮੇਰਾ ਨਾਮ ਪ੍ਰੀਤੀ ਹੈ। ਮੈਂ ਆਪਣੇ ਮਾਂ-ਬਾਪ ਦੀ ਇਕਲੌਤੀ ਬੇਟੀ ਹਾਂ। ਰੱਬ ਨੇ ਮੈਨੂੰ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਾਇਆ ਸੀ। ਜੋ ਵੀ ਦੇਖਦਾ ਉਹ ਦੇਖਦਾ ਹੀ ਰਹਿ ਜਾਂਦਾ। ਪਰ ਸਾਡੀ ਕਿਸਮਤ ਬਹੁਤ ਹੀ ਖਰਾਬ ਲਿਖੀ ਸੀ। ਰੱਬ ਨੇ ਪੈਸਾ ਨਹੀਂ ਦਿੱਤਾ। ਅਸੀਂ ਬਹੁਤ ਗਰੀਬ ਸੀ। ਪਰ ਉਸ ਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਸੀ ਕਿ ਮੇਰੇ ਪਿਤਾ ਜੀ ਜੂਆ ਖੇਡਦੇ ਸੀ। ਉਹ ਸਾਰਾ ਦਿਨ ਵਿਹਲੇ ਰਹਿੰਦੇ ਤੇ ਸਾਡੇ ਘਰ ਦਾ ਸਾਰਾ ਸਮਾਨ ਚੁੱਕ ਵੇਚ ਦਿੰਦੇ। ਹੌਲੀ-ਹੌਲੀ ਘਰ ਦਾ ਸਾਰਾ ਸਮਾਨ ਵਿਕ ਚੁੱਕਿਆ ਸੀ। ਘਰ ਵਿੱਚ ਟੁੱਟੇ-ਫੁੱਟੇ ਸਮਾਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਕਦੇ-ਕਦੇ ਤਾਂ ਸਾਨੂੰ ਭੁੱਖੇ ਪੇਟ ਹੀ ਸੌਣਾ ਪੈਂਦਾ ਸੀ। ਸ਼ੁਰੂ ਵਿੱਚ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਆਪਸ ਵਿੱਚ ਦੋਵਾਂ ਦੀ ਲੜਾਈ ਵੀ ਹੁੰਦੀ ਰਹਿੰਦੀ ਸੀ। ਪਰ ਮੇਰੇ ਪਿਤਾ ਜੀ ਮੇਰੀ ਮੰਮੀ ਦੀ ਇੱਕ ਵੀ ਨਹੀਂ ਸੀ ਸੁਣਦੇ। ਕਦੇ ਤਾਂ ਮੇਰੇ ਪਿਤਾ ਜੀ ਮੇਰੀ ਮੰਮੀ ਤੇ ਹੱਥ ਵੀ ਚੁੱਕ ਲਿਆ ਕਰਦੇ ਸੀ। ਤੰਗ ਆ ਕੇ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਤੇ ਖੁਦ ਕੰਮ ਕਰਨ ਲੱਗੀ। ਉਹ ਲੋਕਾਂ ਦੇ ਘਰਾਂ ਵਿੱਚ ਸਫਾਈ ਕਰਦੀ ਤੇ ਉਹਨਾਂ ਦੇ ਝੂਠੇ ਬਰਤਨ ਸਾਫ਼ ਕਰਦੀ। ਫਿਰ ਕਿਤੇ ਜਾ ਕੇ ਰਾਤ ਨੂੰ ਸਾਨੂੰ ਰੋਟੀ ਨਸੀਬ ਹੁੰਦੀ ਸੀ। ਪਰ ਮੇਰੀ ਮਾਂ ਜ਼ਿਆਦਾ ਦਿਨ ਸਾਡੇ ਨਾਲ ਨਾ ਰਹਿ ਸਕੀ। ਪਿਤਾ ਜੀ ਦਾ ਦੁੱਖ ਮਾਂ ਨੇ ਆਪਣੇ ਦਿਲ ਤੇ ਲਗਾ ਲਿਆ ਤੇ ਇੱਕ ਦਿਨ ਮੰਜੇ ਨੂੰ ਅਜਿਹੀ ਲੱਗੀ ਕਿ ਫਿਰ ਦੁਬਾਰਾ ਨਹੀਂ ਉੱਠੀ। ਮਾਂ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ। ਰਿਸ਼ਤੇਦਾਰਾਂ ਨੇ ਤਾਂ ਸਾਡੇ ਤੋਂ ਪਹਿਲਾਂ ਹੀ ਮੂੰਹ ਮੋੜ ਲਿਆ ਸੀ। ਪਿਤਾ ਜੀ ਦੀਆਂ ਗਲਤ ਹਰਕਤਾਂ ਕਰਕੇ ਨਾ ਤਾਂ ਸਾਡੇ ਕੋਈ ਘਰ ਆਉਂਦਾ ਤੇ ਨਾ ਹੀ ਸਾਨੂੰ ਆਪਣੇ ਘਰ ਕੋਈ ਬੁਲਾਉਂਦਾ ਸੀ। ਮਾਂ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਹੋ ਗਈ। ਪਿਤਾ ਜੀ ਵੀ ਪੂਰਾ ਦਿਨ ਘਰ ਵਿੱਚੋਂ ਗਾਇਬ ਰਹਿੰਦੇ ਤੇ ਕਿਤੇ ਰੋਟੀ ਮਿਲ ਜਾਂਦੀ ਤੇ ਕਿਤੇ ਭੁੱਖੇ ਪੇਟ ਹੀ ਸੌਣਾ ਪੈਂਦਾ ਸੀ। ਅੱਜ ਵੀ ਮੈਂ ਘਰ ਵਿੱਚ ਬੈਠੀ ਮਾਂ ਨੂੰ ਯਾਦ ਕਰ ਰਹੀ ਸੀ ਕਿ ਇੰਨੇ ਵਿੱਚ ਘਰ ਦਾ ਦਰਵਾਜ਼ਾ ਖੁੱਲਿਆ। ਮੈਂ ਸਾਹਮਣੇ ਦੇਖਿਆ ਤਾਂ ਸਾਹਮਣੇ ਪਿਤਾ ਜੀ ਖੜੇ ਹੋਏ ਸੀ। ਉਹ ਮੈਨੂੰ ਦੇਖਦਿਆਂ ਹੀ ਰੋਣ ਲੱਗੇ ਤੇ ਕਹਿਣ ਲੱਗੇ, ਬੇਟਾ ਮੈਨੂੰ ਮਾਫ ਕਰ ਦੇ, ਮੈਂ ਤੈਨੂੰ ਜੂਏ ਵਿੱਚ ਹਾਰ ਚੁੱਕਾ ਹਾਂ। ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ। ਜਦੋਂ ਮੈਂ ਬਾਹਰ ਦੇਖਿਆ ਤਾਂ ਬਾਹਰ ਕੁਝ ਮੁੰਡੇ ਲੈਣ ਆਏ ਖੜੇ ਸੀ। ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਕਿ ਤੂੰ ਜਾ, ਇਹਨਾਂ ਨਾਲ ਚਲੀ ਜਾ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ ਪਿਤਾ ਇੰਨਾ ਘਟੀਆ ਇਨਸਾਨ ਹੋ ਸਕਦਾ ਹੈ ਜਿਸ ਨੇ ਆਪਣੀ ਬੇਟੀ ਨੂੰ ਹੀ ਦਾਅ ਤੇ ਲਗਾ ਦਿੱਤਾ। ਮੈਂ ਆਪਣੇ ਪਿਤਾ ਨੂੰ ਕਿਹਾ, ਤੂੰ ਮੇਰਾ ਪਿਤਾ ਨਹੀਂ ਕਸਾਈ ਹੈ, ਇਸ ਲਈ ਮੈਂ ਦੁਬਾਰਾ ਕਦੇ ਤੇਰੀ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਾਂਗੀ। ਮੇਰਾ ਪਿਤਾ ਮੇਰੇ ਅੱਗੇ ਹੱਥ ਜੋੜ ਕੇ ਖੜਾ ਸੀ ਤੇ ਨਾਲ ਰੋ ਵੀ ਰਿਹਾ ਸੀ। ਪਰ ਮੈਨੂੰ ਉਹਨਾਂ ਦੇ ਰੋਣ ਦੀ ਕੋਈ ਪਰਵਾਹ ਨਹੀਂ ਸੀ। ਉਹਨਾਂ ਨੇ ਮੇਰੇ ਨਾਲ ਚੰਗਾ ਨਹੀਂ ਸੀ ਕੀਤਾ। ਇੱਕ ਵਾਰ ਫਿਰ ਦਰਵਾਜ਼ੇ ਦੇ ਖੜਕਣ ਦੀ ਆਵਾਜ਼ ਆਉਣ ਲੱਗੀ। ਇਹ ਉਹੀ ਸਨ ਜੋ ਕਿ ਮੈਨੂੰ ਲੈਣ ਆਏ ਸੀ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਮੈਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਦਰਵਾਜ਼ਾ ਤੋੜ ਦੇਣਗੇ। ਜੀ ਕਰ ਰਿਹਾ ਸੀ ਕਿ ਮੈਂ ਖੁਦਕੁਸ਼ੀ ਕਰ ਲਵਾਂ, ਪਰ ਮਰਨਾ ਵੀ ਸੌਖਾ ਨਹੀਂ ਸੀ। ਇਸ ਤੋਂ ਬਾਅਦ ਮੈਂ ਬਾਹਰ ਆਈ, ਦੇਖਿਆ ਤਾਂ ਬਾਹਰ ਦੋ ਲੜਕੇ ਖੜੇ ਹੋਏ ਸੀ ਜੋ ਕਿ ਸ਼ਕਲ ਤੋਂ ਬਦਮਾਸ਼ ਲੱਗ ਰਹੇ ਸੀ। ਇਸ ਤੋਂ ਬਾਅਦ ਮੈਨੂੰ ਉਹਨਾਂ ਨੇ ਜ਼ਬਰਦਸਤੀ ਆਪਣੀ ਗੱਡੀ ਵਿੱਚ ਸੁੱਟ ਲਿਆ। ਮੈਂ ਚੀਕਦੀ ਚਲਾਉਂਦੀ ਰਹੀ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ। ਉਹ ਦੋਵੇਂ ਲੜਕੇ ਮੈਨੂੰ ਇੱਕ ਕੋਠੇ ਤੇ ਲੈ ਗਏ। ਉੱਥੇ ਉਹਨਾਂ ਨੇ ਕੋਠੇ ਦੀ ਮਾਲਕਣ ਨੂੰ ਮੈਨੂੰ ਵੇਚ ਦਿੱਤਾ ਤੇ ਕੋਠੇ ਦੀ ਮਾਲਕਣ ਤੋਂ ਪੈਸੇ ਲੈ ਕੇ ਉਹ ਖੁਸ਼ੀ ਚਲੇ ਗਏ। ਇੰਨੇ ਵਿੱਚ ਕੋਠੇ ਦੀ ਮਾਲਕਣ ਨੇ ਇੱਕ ਲੜਕੀ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕਿ ਮੀਨਾ, ਤੂੰ ਇਸ ਨੂੰ ਕਮਰੇ ਵਿੱਚ ਲੈ ਜਾ, ਅੱਜ ਤੋਂ ਇਹ ਵੀ ਇੱਥੇ ਹੀ ਰਹੇਗੀ। ਮਾਲਕਿਨ ਬੜੀ ਖੌਫਨਾਕ ਕਿਸਮ ਦੀ ਔਰਤ ਸੀ। ਉਹ ਬਹੁਤ ਜ਼ਿਆਦਾ ਮੋਟੀ ਸੀ ਤੇ ਮੇਕਅਪ ਨਾਲ ਸਾਰਾ ਮੂੰਹ ਥੱਪਿਆ ਹੋਇਆ ਸੀ। ਮੈਂ ਡਰਦੀ ਉਸ ਲੜਕੇ ਨਾਲ ਕਮਰੇ ਵਿੱਚ ਆ ਗਈ। ਉੱਥੇ 6-7 ਲੜਕੀਆਂ ਹੋਰ ਵੀ ਮੌਜੂਦ ਸੀ ਜੋ ਕਿ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਦੇਖ ਰਹੀਆਂ ਸੀ। ਮੈਂ ਬੈਠਿਆਂ ਰੋ ਰਹੀ ਸੀ ਪਰ ਉੱਥੇ ਕਿਸੇ ਵੀ ਕੁੜੀ ਨੂੰ ਮੇਰੇ ਨਾਲ ਕੋਈ ਹਮਦਰਦੀ ਨਹੀਂ ਸੀ। ਮੈਨੂੰ ਰੋਂਦਿਆਂ ਦੇਖ ਇੱਕ ਕੁੜੀ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਕਿ ਹੁਣ ਤਾਂ ਇਹੀ ਤੇਰੀ ਕਿਸਮਤ ਹੈ
ਇਸ ਲਈ ਤੈਨੂੰ ਇਸ ਨੂੰ ਮੰਨਣਾ ਹੀ ਪਵੇਗਾ। ਤੂੰ ਹੁਣ ਇੱਥੋਂ ਬਾਹਰ ਤਾਂ ਜਾ ਨਹੀਂ ਸਕਦੀ। ਇੰਨੇ ਵਿੱਚ ਹੀ ਉਹ ਮੀਨਾ ਨਾਮ ਦੀ ਕੁੜੀ ਮੇਰੇ ਕੋਲ ਆਈ ਤੇ ਮੇਰੀ ਇੱਕ ਫੋਟੋ ਖਿੱਚ ਕੇ ਲੈ ਗਈ। ਜਦੋਂ ਮੈਂ ਉਹਨਾਂ ਲੜਕੀਆਂ ਨੂੰ ਪੁੱਛਿਆ ਕਿ ਮੇਰੀ ਫੋਟੋ ਕਿਉਂ ਖਿੱਚੀ ਤਾਂ ਉਹਨਾਂ ਨੇ ਦੱਸਿਆ ਕਿ ਮਾਲਕਿਨ ਹਰ ਰੋਜ਼ ਹਜ਼ਾਰਾਂ ਗਾਹਕਾਂ ਨੂੰ ਸਾਡੀਆਂ ਫੋਟੋਆਂ ਦਿਖਾਉਂਦੀ ਹੈ ਤੇ ਜੋ ਵੀ ਲੜਕੀ ਸਾਡੇ ਵਿੱਚੋਂ ਕਿਸੇ ਗਾਹਕ ਨੂੰ ਪਸੰਦ ਆ ਜਾਂਦੀ ਹੈ ਤਾਂ ਸਾਨੂੰ ਉਸ ਨਾਲ ਜਾਣਾ ਪੈਂਦਾ ਹੈ। ਤੇਰੀ ਫੋਟੋ ਵੀ ਉਸ ਨੂੰ ਕਿਸੇ ਗਾਹਕ ਨੂੰ ਹੀ ਦਿਖਾਉਣੀ ਹੋਵੇਗੀ। ਉਸ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਡਰ ਲੱਗਣ ਲੱਗ ਪਿਆ ਸੀ। ਥੋੜੀ ਦੇਰ ਬਾਅਦ ਇੱਕ ਵਾਰ ਫਿਰ ਮੀਨਾ ਆਈ ਤੇ ਸਾਰੀਆਂ ਕੁੜੀਆਂ ਨੂੰ ਇੱਕ ਇੱਕ ਕਰਕੇ ਬਾਹਰ ਲੈ ਜਾਣ ਲੱਗੀ ਕਿ ਅੱਜ ਮੇਰੀ ਇੱਜ਼ਤ ਨਹੀਂ ਬਚਣ ਵਾਲੀ। ਇਸ ਲਈ ਮੈਂ ਰੱਬ ਅੱਗੇ ਦੁਆ ਕਰ ਰਹੀ ਸੀ ਕਿ ਜੋ ਵੀ ਗਾਹਕ ਹੋਵੇ ਉਹ ਮੈਨੂੰ ਪਸੰਦ ਨਾ ਕਰੇ। ਸਾਰੀਆਂ ਕੁੜੀਆਂ ਬਾਹਰ ਜਾ ਚੁੱਕੀਆਂ ਸੀ। ਇਕੱਲੀ ਮੈਂ ਹੀ ਸੀ ਜੋ ਕਮਰੇ ਵਿੱਚ ਬੈਠੀ ਹੋਈ ਸੀ। ਹੁਣ ਜਦੋਂ ਵੀ ਕੋਈ ਗਾਹਕ ਆਉਂਦਾ ਤਾਂ ਮੈਂ ਰੱਬ ਅੱਗੇ ਅਰਦਾਸ ਕਰਨ ਲੱਗ ਜਾਂਦੀ ਕਿ ਕਿਤੇ ਇਹ ਮੈਨੂੰ ਨਾ ਲੈ ਜਾਵੇ, ਪਰ ਮੈਂ ਹਰ ਵਾਰ ਬਚ ਜਾਂਦੀ। ਮੈਂ ਸੋਚ ਰਹੀ ਸੀ ਕਿ ਮੈਨੂੰ ਇੰਨੀ ਖੂਬਸੂਰਤ ਹੋਣ ਦੇ ਬਾਵਜੂਦ ਵੀ ਹਰ ਵਾਰ ਕਿਉਂ ਛੱਡ ਦਿੱਤਾ ਜਾਂਦਾ ਹੈ। ਜੇਕਰ ਕਿਤੇ ਮੈਂ ਰੋਣ ਲੱਗ ਜਾਂਦੀ ਤਾਂ ਮੀਨਾ ਨੂੰ ਮੇਰੇ ਨਾਲ ਬਹੁਤ ਹਮਦਰਦੀ ਹੁੰਦੀ। ਉਹ ਮੇਰੀ ਬਹੁਤ ਜ਼ਿਆਦਾ ਖਿਆਲ ਰੱਖਦੀ। ਮੈਂ ਇੱਕ ਦਿਨ ਆਪਣੀ ਮਾਂ ਨੂੰ ਯਾਦ ਕਰਕੇ ਰੋ ਰਹੀ ਸੀ ਤਾਂ ਉੱਥੇ ਅਚਾਨਕ ਹੀ ਕੋਠੇ ਦੀ ਮਾਲਕਿਨ ਆ ਗਈ। ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਮੂੰਹ ਮੰਗੀ ਕੀਮਤ ਦੇ ਕੇ ਖਰੀਦਿਆ ਹੈ, ਇਸ ਲਈ ਤੈਨੂੰ ਇਹ ਕੰਮ ਤਾਂ ਹੁਣ ਹਰ ਹਾਲਤ ਵਿੱਚ ਹੀ ਕਰਨਾ ਪਵੇਗਾ। ਜੇ ਤੂੰ ਇਨਕਾਰ ਕੀਤਾ ਤਾਂ ਤੇਰਾ ਬਹੁਤ ਬੁਰਾ ਹਾਲ ਹੋਵੇਗਾ। ਉਸ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਈ। ਇੱਕ ਦਿਨ ਮੀਨਾ ਉਸ ਕੋਠੇ ਦੇ ਗੇਟ ਵਿੱਚ ਬੈਠੀ ਹੋਈ ਸੀ ਤਾਂ ਸਾਡੇ ਹੀ ਮੁਹੱਲੇ ਦਾ ਇੱਕ ਬੁੱਢਾ ਆਦਮੀ ਉਸ ਕੋਲ ਆਇਆ। ਮੈਂ ਉਸ ਬੁੱਢੇ ਆਦਮੀ ਨੂੰ ਦੇਖਦਿਆਂ ਹੀ ਪਹਿਚਾਨ ਗਈ। ਮੀਨਾ ਨੇ ਉਸ ਨੂੰ ਕੁਝ ਤਸਵੀਰਾਂ ਦਿਖਾਈਆਂ। ਇਸ ਤੋਂ ਬਾਅਦ ਉਹ ਵਾਪਸ ਚਲਾ ਗਿਆ। ਜਦੋਂ ਮੀਨਾ ਮੇਰੇ ਕੋਲ ਆਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਉਹ ਆਦਮੀ ਇੱਥੇ ਕੀ ਲੈਣ ਆਇਆ ਸੀ ਤਾਂ ਉਹ ਕਹਿਣ ਲੱਗੀ, ਇਹ ਵੀ ਸਾਡਾ ਰੋਜ਼ਾਨਾ ਦਾ ਗਾਹਕ ਹੈ। ਇਸ ਲਈ ਜਦੋਂ ਮੈਂ ਇਸ ਨੂੰ ਤੇਰੀ ਤਸਵੀਰ ਦਿਖਾਈ ਤਾਂ ਇਹ ਕਹਿਣ ਲੱਗਾ ਕਿ ਇਹ ਲੜਕੀ ਤਾਂ ਸਾਡੇ ਮੁਹੱਲੇ ਦੀ ਹੈ, ਇਸ ਲਈ ਮੈਂ ਇਸ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ। ਫਿਰ ਉਹ ਵਾਪਸ ਚਲਾ ਗਿਆ। ਮੀਨਾ ਦੀ ਉਹ ਗੱਲ ਸੁਣ ਕੇ ਇੱਕ ਵਾਰ ਫਿਰ ਮੇਰੀ ਜਾਨ ਵਿੱਚ ਜਾਨ ਆ ਗਈ ਸੀ। ਹੁਣ ਤਾਂ ਹਰ ਰੋਜ਼ ਹੀ ਇਸ ਤਰ੍ਹਾਂ ਹੁੰਦਾ। ਕੋਈ ਵੀ ਗਾਹਕ ਆਉਂਦਾ ਉਹ ਮੈਨੂੰ ਛੱਡ ਕੇ ਹੋਰ ਸਾਰੀਆਂ ਕੁੜੀਆਂ ਨੂੰ ਲੈ ਜਾਂਦਾ। ਮੈਂ ਸੋਚ ਰਹੀ ਸੀ ਕਿ ਮੇਰੀ ਖੂਬਸੂਰਤੀ ਵਿੱਚ ਕੋਈ ਕਮੀ ਵੀ ਨਹੀਂ ਹੈ, ਫਿਰ ਵੀ ਹਰ ਕੋਈ ਮੈਨੂੰ ਇਸ ਤਰ੍ਹਾਂ ਇਗਨੋਰ ਕਿਉਂ ਕਰ ਰਿਹਾ ਹੈ। ਹਾਲਾਂਕਿ ਇਹ ਮੇਰੇ ਲਈ ਚੰਗੀ ਗੱਲ ਸੀ। ਜੋ ਮੈਂ ਚਾਹੁੰਦੀ ਸੀ ਉਹੀ ਹੋ ਰਿਹਾ ਸੀ। ਇਸ ਤੋਂ ਬਾਅਦ ਇੱਕ ਦਿਨ ਕੋਠੇ ਦੇ ਇੱਕ ਆਦਮੀ ਆਇਆ। ਉਸਨੇ ਮੀਨਾ ਨੂੰ ਕੁਝ ਪੈਸੇ ਦਿੱਤੇ ਤੇ ਮੇਰੀ ਤਸਵੀਰ ਦੇਖ ਕੇ ਮੈਨੂੰ ਪਸੰਦ ਕਰ ਲਿਆ। ਇਸ ਤੋਂ ਬਾਅਦ ਮੀਨਾ ਮੈਨੂੰ ਉਸ ਕੋਲ ਲੈ ਜਾਣ ਲੱਗੀ। ਮੈਂ ਮੀਨਾ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਉਹ ਮੈਨੂੰ ਬਖਸ਼ ਦੇਵੇ, ਪਰ ਉਸਨੇ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਉਸ ਆਦਮੀ ਦੇ ਅੱਗੇ ਲਿਜਾ ਕੇ ਸੁੱਟ ਦਿੱਤਾ। ਉਹ ਆਦਮੀ ਦਾ ਮੂੰਹ ਮੇਰੇ ਤੋਂ ਉਲਟ ਸੀ। ਜਦੋਂ ਮੈਂ ਉੱਠ ਕੇ ਖੜੀ ਹੋਈ ਤੇ ਉਹ ਆਦਮੀ ਮੇਰੇ ਵੱਲ ਮੁੜਿਆ ਤਾਂ ਉਸ ਵੱਲ ਦੇਖ ਕੇ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਉਹ ਸਾਡੇ ਮੁਹੱਲੇ ਦਾ ਹੀ ਇੱਕ ਰਜੀਵ ਨਾਂ ਦਾ ਮੁੰਡਾ ਸੀ, ਜਿਸ ਨਾਲ ਮੈਂ ਕਦੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਮਾਂ ਮੇਰਾ ਰਿਸ਼ਤਾ ਉਸ ਨਾਲ ਕਰਨਾ ਚਾਹੁੰਦੀ ਸੀ। ਉਹ ਚੰਗਾ ਪੜ੍ਹਿਆ ਲਿਖਿਆ ਇਨਸਾਨ ਸੀ, ਪਰ ਉਸ ਦਾ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਹ ਥੋੜਾ ਲੰਗੜਾ ਕੇ ਤੁਰਦਾ ਸੀ। ਮੈਨੂੰ ਉਸ ਸਮੇਂ ਆਪਣੀ ਖੂਬਸੂਰਤੀ ਤੇ ਹੰਕਾਰ ਜ਼ਿਆਦਾ ਹੀ ਹੋ ਗਿਆ ਸੀ, ਇਸ ਲਈ ਉਸ ਨਾਲ ਵਿਆਹ ਕਰਵਾਉਣ ਤੋਂ ਮੈਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ। ਪਰ ਉਹ ਅੱਜ ਇੱਕ ਵਾਰ ਫਿਰ ਮੇਰੇ ਸਾਹਮਣੇ ਖੜਾ ਸੀ। ਮੈਂ ਉਸ ਨੂੰ ਕਿਹਾ ਕਿ ਮੁਹੱਲੇ ਵਿੱਚ ਤੂੰ ਤਾਂ ਬੜਾ ਸ਼ਰੀਫ ਕਹਾਉਂਦਾ ਹੈ, ਫਿਰ ਅੱਜ ਕੋਠੇ ਵਿੱਚ ਕਿਵੇਂ ਆ ਗਿਆ? ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਇੱਥੇ ਕੁਝ ਗਲਤ ਕਰਨ ਲਈ ਨਹੀਂ ਆਇਆ। ਮੈਂ ਤੈਨੂੰ ਬਚਪਨ ਤੋਂ ਹੀ ਸੱਚੇ ਦਿਲੋਂ ਪਿਆਰ ਕਰਦਾ ਹਾਂ, ਪਰ ਤੂੰ ਮੇਰਾ ਰਿਸ਼ਤਾ ਠੁਕਰਾ ਦਿੱਤਾ। ਉਸ ਦਿਨ ਵੀ ਜਦੋਂ ਤੈਨੂੰ ਉਹ ਲੜਕੇ ਚੱਕ ਕੇ ਲੈ ਜਾ ਰਹੇ ਸਨ, ਮੈਂ ਉਹਨਾਂ ਦਾ ਬਹੁਤ ਪਿੱਛਾ ਕੀਤਾ, ਪਰ ਉਦੋਂ ਤੱਕ ਉਹ ਤੈਨੂੰ ਲੈ ਕੇ ਬਹੁਤ ਦੂਰ ਨਿਕਲ ਚੁੱਕੇ ਸਨ। ਇਸ ਤੋਂ ਬਾਅਦ ਮੈਂ ਤੇਰੇ ਲਈ ਦਰ-ਦਰ ਦੀਆਂ ਠੋਕਰਾਂ ਖਾਧੀਆਂ ਤੇ ਤੈਨੂੰ ਲੱਭਣਾ ਸ਼ੁਰੂ ਕਰ ਦਿੱਤਾ। ਤੇ ਫਿਰ ਇੱਕ ਦਿਨ ਮੈਨੂੰ ਮੀਨਾ ਮਿਲੀ, ਜੋ ਕਿ ਮੇਰੇ ਨਾਲ ਪੜ੍ਹਦੀ ਸੀ, ਤੇ ਇਸਨੇ ਮੈਨੂੰ ਦੱਸਿਆ ਕਿ ਮੈਂ ਜਿਸ ਕੋਠੇ ਵਿੱਚ ਨੌਕਰੀ ਕਰਦੀ ਹਾਂ
ਉੱਥੇ ਪ੍ਰੀਤੀ ਨਾਂ ਦੀ ਕੁੜੀ ਨੂੰ ਦੋ ਮੁੰਡੇ ਵੇਚ ਗਏ ਨੇ। ਮੈਂ ਸਮਝ ਚੁੱਕਾ ਸੀ ਕਿ ਉਹ ਮੁੰਡੇ ਉਹੀ ਨੇ ਜੋ ਤੈਨੂੰ ਤੇਰੇ ਘਰੋਂ ਚੁੱਕ ਕੇ ਲੈ ਗਏ ਸੀ। ਇਸ ਲਈ ਮੈਂ ਮੀਨਾ ਨੂੰ ਕਿਹਾ ਕਿ ਮੈਂ ਉਸ ਲੜਕੀ ਨੂੰ ਬਚਪਨ ਤੋਂ ਪਿਆਰ ਕਰਦਾ ਹਾਂ ਤੇ ਉਸ ਦੀ ਇੱਜ਼ਤ ਦੀ ਰਖਵਾਲੀ ਦਾ ਜ਼ਿੰਮਾ ਮੈਂ ਤੇਰੇ ਸਿਰ ਦਿੰਦਾ ਹਾਂ। ਮੀਨਾ ਨੇ ਵੀ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਤੈਨੂੰ ਆਪਣੀ ਛੋਟੀ ਭੈਣ ਸਮਝ ਕੇ ਤੇਰੀ ਇੱਜ਼ਤ ਦੀ ਰਖਵਾਲੀ ਕਰੇਗੀ ਤੇ ਕੋਈ ਵੀ ਆਦਮੀ ਤੇਰੇ ਆਸ-ਪਾਸ ਨਹੀਂ ਭਟਕਣ ਦੇਵੇਗੀ। ਤੇ ਇਸ ਲਈ ਹਰ ਇੱਕ ਆਉਣ ਵਾਲੇ ਗਾਹਕ ਨੂੰ ਉਸਨੇ ਤੇਤੋਂ ਇਹ ਕਹਿ ਕੇ ਦੂਰ ਰੱਖਿਆ ਕਿ ਇਸ ਲੜਕੀ ਨੂੰ ਭਿਆਨਕ ਬਿਮਾਰੀ ਹੈ, ਇਸ ਲਈ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕੱਟ ਰਹੀ ਹੈ। ਇਸ ਤਰ੍ਹਾਂ ਉਸਨੂੰ ਇਹ ਕਹਿੰਦਿਆਂ ਹੀ ਗਾਹਕ ਤੈਨੂੰ ਲੈ ਜਾਣ ਤੋਂ ਇਨਕਾਰ ਕਰਦੇ ਰਹੇ ਤੇ ਹੁਣ ਮੈਂ ਤੈਨੂੰ ਇਸ ਨਰਕ ਵਿੱਚੋਂ ਬਾਹਰ ਕੱਢਣ ਲਈ ਆਇਆ ਹਾਂ, ਕਿਉਂਕਿ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ। ਉਸ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਸਨ। ਮੈਂ ਸੋਚ ਰਹੀ ਸੀ ਕਿ ਜੇ ਮੈਂ ਉਸ ਸਮੇਂ ਇਹ ਰਿਸ਼ਤਾ ਨਾ ਠੁਕਰਾਇਆ ਹੁੰਦਾ ਤਾਂ ਅੱਜ ਮੈਨੂੰ ਇਹ ਦਿਨ ਨਾ ਦੇਖਣਾ ਪੈਂਦਾ। ਰਾਜੀਵ ਨੂੰ ਮੇਰੀ ਕਿੰਨੀ ਫਿਕਰ ਸੀ, ਪਰ ਮੈਂ ਪਤਾ ਨਹੀਂ ਕਿਹੜੇ ਹੰਕਾਰ ਵਿੱਚ ਫਿਰਦੀ ਰਹੀ। ਇੰਨੇ ਵਿੱਚ ਰਾਜੀਵ ਮੀਨਾ ਨੂੰ ਕਹਿਣ ਲੱਗਾ ਕਿ ਹੁਣ ਤੂੰ ਸਾਡੀ ਇੱਥੋਂ ਬਾਹਰ ਨਿਕਲਣ ਵਿੱਚ ਮਦਦ ਕਰ। ਮੀਨਾ ਨੇ ਕਿਹਾ, ਮੈਂ ਮਾਲਕੀ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਨੇ, ਹੁਣ ਉਹ ਸਵੇਰ ਤੱਕ ਨਹੀਂ ਉੱਠੇਗੀ। ਤੇ ਬਾਕੀ ਰਹੀ ਸਿਕਿਉਰਿਟੀ ਗਾਰਡ ਦੀ ਗੱਲ, ਉਸ ਨੂੰ ਮੈਂ ਜਾ ਕੇ ਗੱਲਾਂ ਵਿੱਚ ਲਗਾ ਲੈਂਦੀ ਹਾਂ। ਤੁਸੀਂ ਹੁਣੇ ਹੀ ਇਸੇ ਸਮੇਂ ਨਿਕਲ ਜਾਓ। ਇਸ ਤੋਂ ਬਾਅਦ ਮੈਂ ਮੀਨਾ ਦਾ ਧੰਨਵਾਦ ਕੀਤਾ। ਮੀਨਾ ਨੇ ਵੀ ਮੇਰੇ ਸਿਰ ਤੇ ਹੱਥ ਰੱਖਦਿਆਂ ਕਿਹਾ ਕਿ ਉਹ ਮੈਨੂੰ ਆਪਣੀ ਛੋਟੀ ਭੈਣ ਮੰਨਦੀ ਹੈ, ਇਸ ਲਈ ਆਪਣੇ ਭੈਣਾਂ ਦਾ ਧੰਨਵਾਦ ਨਹੀਂ ਕਰਿਆ ਕਰਦੇ। ਹੁਣ ਰਾਜੀਵ ਤੇ ਮੈਂ ਉਸ ਨਰਕ ਵਿੱਚੋਂ ਬਾਹਰ ਆ ਗਏ ਸੀ। ਆਉਂਦਿਆਂ ਹੀ ਮੈਂ ਉਸ ਨਾਲ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਸੀ। ਮੈਂ ਉਸ ਨੂੰ ਆਪਣੇ ਪਿਤਾ ਜੀ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਤੇਰੇ ਜਾਣ ਤੋਂ ਬਾਅਦ ਉਹ ਬਿਲਕੁਲ ਹੀ ਪਾਗਲ ਹੋ ਚੁੱਕੇ ਸਨ ਤੇ ਇੱਕ ਦਿਨ ਰਾਤ ਦਾ ਸਮਾਂ ਸੀ। ਉਹਨਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਰੋਡ ਦੇ ਉੱਪਰ ਜਾਂਦਿਆਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਜਾਨ ਚਲੀ ਗਈ। ਮੈਨੂੰ ਅੱਜ ਵੀ ਕਦੇ-ਕਦੇ ਆਪਣੇ ਮਾਂ-ਬਾਪ ਦੀ ਯਾਦ ਆਉਂਦੀ ਹੈ ਤੇ ਮੈਂ ਰਾਜੀਵ ਨਾਲ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਗੁਜ਼ਾਰ ਰਹੀ ਹਾਂ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।